वाहिगुरू जी का खालसा वाहिगुरू जी की फतेह। ਇਹਦੇ ਵਿੱਚ कोई शक नहीं कि संघर्ष है ਜਿਹੜਾ लंबा हो गया। मेरे याद है ਜਦੋਂ ਜਥੇਬੰਦੀਆਂ ਤੁਰੀਆਂ ਤਾਂ ਉਦੋਂ ਉਹਨਾਂ ਨੂੰ ਪਤਾ ਸੀ कि ਜਿਹੜੀ ਸਰਕਾਰ ਨਾਲ ਵਾਹ ਵਾਸਤਾ ਪਿਆ ਸਾਡਾ ਤਾਂ ਉਹ ਕੋਈ ਛੇਤੀ ਮੰਨਣ ਵਾਲੀ ਨਹੀਂ। ਜਿੱਥੇ ਵੀ ਲਕੀਰ ਕੱਢਦੀ ਹੈ, ਜਿੱਥੇ ਵੀ ਕਦਮ ਪੱਟਦੀ ਹੈ, ਫਿਰ ਬੈਕ ਨਹੀਂ ਕੱਟਦੀ ਤੇ ਆਪਣੀ ਬੇਇੱਜ਼ਤੀ ਸਮਝਦੀ ਹੈ ਕਿ ਹਰ ਇੱਕ ਕਦਮ ਨੂੰ ਪਿੱਛੇ ਲੈਣ ਦੀ। ਤੇ ਸਰਕਾਰ ਵੀ ਚਾਹੁੰਦੀ ਸੀ ਸੰਘਰਸ਼ ਹੈ ਜਿਹੜਾ ਲੰਮਾ ਜਾਵੇ, ਜਾ ਕੇ ਤੁਸੀਂ ਥੱਕ ਜਾਓ, ਹੰਭ ਜਾਓ, ਤੁਹਾਨੂੰ ਹਰਾ ਲਿਆ ਜਾਵੇ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜਾ ਵਾਹ ਵਾਸਤਾ ਪਿਆ ਕਿਰਤੀ ਲੋਕਾਂ ਨਾਲ ਪਿਆ, ਜਿਨ੍ਹਾਂ ਦੇ ਵਿੱਚ ਰੱਬ ਵਸਦਾ ਹੈ, ਉਹ ਲੋਕਾਂ ਦੀ ਲੁੱਟ ਖਸੁੱਟ, ਲੋਕਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਇੱਕ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਕੀ ਪਤਾ ਹੈ ਕਿ ਇਹ ਲੋਕ ਜਿਹੜੇ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਸਾਰੇ ਦੇਸ਼ ਦਾ ਢਿੱਡ ਭਰਦੇ ਨੇ, ਦਸਾਂ ਨੌਹਾਂ ਦੀ ਕਿਰਤ ਕਰਦੇ ਨੇ, ਪਰਮਾਤਮਾ ਦੀ ਰਜ਼ਾ 'ਚ ਰਹਿੰਦੇ ਨੇ। ਸੋ ਇਹਨਾਂ ਨੂੰ ਤੁਸੀਂ ਤਾਂ ਕੀ ਦੁਨੀਆ ਦੀ ਕੋਈ ਤਾਕਤ ਹੈ ਜਿਹੜੀ ਹਰਾ ਨਹੀਂ ਸਕਦੀ। ਸੋ ਦੂਜੀ ਇਸ ਗੱਲ ਦੀ ਵਧਾਈ ਦਿੰਦਾ, ਮੇਰੀਆਂ ਭੈਣਾਂ ਬੈਠੀਆਂ, ਬਜ਼ੁਰਗ ਬੈਠਿਆ, ਸਰਕਾਰ ਨੂੰ ਲੱਗਦਾ ਸੀ ਵੀ ਹੁਣ ਵਢਾਈ ਆ ਜਾਣੀ ਆ, ਇੱਧਰੋਂ ਕਣਕ ਝੋਨੇ ਦੀ ਲਵਾਈ ਆ ਜਾਣੀ ਆ, ਵਿੱਚ ਮੌਸਮ ਨੇ ਵੀ ਕੋਈ ਕਸਰ ਨਹੀਂ ਛੱਡੀ ਕਿ ਹੰਮ ਕੇ ਥੱਕ ਕੇ ਸਾਰੇ ਤੁਸੀਂ ਘਰਾਂ ਨੂੰ ਤੁਰ ਜਾਓਗੇ। ਸਾਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਜਿਹੜੀ ਪਰਖ ਦੀ ਘੜੀ ਹੈ ਉਹਦੇ ਵਿੱਚੋਂ ਤੁਸੀਂ ਨਿਕਲ ਚੁੱਕੇ ਹੋ ਹੋਣਾ। ਤੇ ਦੂਜੀ ਕਿ ਲੋਕਾਂ ਦੀ ਹਮਦਰਦੀ, ਲੋਕਾਂ ਦਾ ਸਹਿਯੋਗ ਤੁਹਾਡੇ ਨਾਲ ਜੁੜ ਗਿਆ। ਜਿਹੜੇ ਲੋਕ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇ, ਉਹ ਵੀ ਉਡੀਕ ਕਰਦੇ ਨੇ ਕਦੋਂ ਕਿਸਾਨ ਜਿੱਤ ਕੇ ਆਪਣੇ ਘਰੇ ਆਉਣ, ਇਹ ਦਿਨ ਕਦੋਂ ਆਊਗਾ। ਸੋ ਇਸ ਗੱਲ ਦੀ ਵੀ ਵਧਾਈ ਦਿੰਦਾ। ਸੋ ਹੁਣ ਦੂਜੀ ਗੱਲ ਕਿ ਜਿਹੜੀ ਹੁਣ ਕਿਸਾਨ ਅੰਦੋਲਨ ਦੀ ਦੂਜੀ ਲਹਿਰ ਉੱਠਣ ਵਾਲੀ ਹੈ, ਕਿਉਂਕਿ ਧੁੱਪਾਂ ਤੁਸੀਂ ਹੰਢਾ ਲੀਆਂ, ਸਰਦ ਰਾਤਾਂ ਤੁਸੀਂ ਹੰਢਾ ਲੀਆਂ, ਤੂਫਾਨ ਮੀਂਹ ਝੱਖੜ ਤੁਹਾਡੇ ਸਿਰਾਂ ਤੋਂ ਲੰਘ ਗਏ, ਤੁਹਾਡੀਆਂ ਝੁੱਗੀਆਂ ਨੂੰ ਉਡਾ ਕੇ ਲੈ ਗਏ, ਤੇ ਸਰਕਾਰ ਨੇ ਵੀ ਕੋਈ ਕਸਰ ਨਹੀਂ ਛੱਡੀ। ਜਿਹੜੀਆਂ ਚਾਲਾਂ ਚੱਲਣੀਆਂ ਸੀ ਉਹ ਵੀ ਚੱਲ ਕੇ ਦੇਖ ਲੀਆਂ, ਤੇ ਹੁਣ ਤੱਕ ਇਹ ਤੁਹਾਡੇ ਜਿਹੜੇ ਹੌਸਲੇ ਨੇ ਉਦੋਂ ਹੀ ਬੁਲੰਦ ਨੇ ਤੇ ਚੜ੍ਹਦੀ ਕਲਾ 'ਚ ਤੁਹਾਡੇ ਚਿਹਰੇ ਨੇ। ਤੇ ਹੁਣ ਇਹ ਅੰਦੋਲਨ ਜਿੱਤਣਾ ਕੋਈ ਵੱਡੀ ਗੱਲ ਨਹੀਂ, ਤੇ ਹਾਥੀ ਨਿਕਲ ਗਿਆ, ਪੂੰਛ ਰਹਿ ਗਈ। ਤੇ ਸਾਰੇ ਨੌਜਵਾਨ ਭਰਾਵਾਂ ਨੂੰ ਜਿੰਨੇ ਵੀ ਤੁਸੀਂ ਬੈਠੇ ਹੋ, ਮੈਂ ਬੇਨਤੀ ਕਰੂੰਗਾ ਕਿ ਹੁਣ ਜੁੜਨ ਦਾ ਸਮਾਂ, ਹੁਣ ਆਪਾਂ ਵਿਹਲੇ ਹੋ ਗਏ ਆ। ਸਾਰੇ ਕਲਾਕਾਰ, ਕੱਲ ਭਾਈ ਬੱਬੂ ਮਾਨ, ਅਮਤੋਜ ਮਾਨ, ਅਸੀਂ ਗਾਜ਼ੀਪੁਰ ਦੇ ਬਾਰਡਰ ਤੇ ਗਏ ਤਾਂ ਉੱਥੇ ਵੀ ਸਾਡੇ ਜਿਹੜੇ ਲੋਕ ਨੇ ਮੋਰਚੇ ਵਾਲੇ ਚੜ੍ਹਦੀ ਕਲਾ 'ਚ ਨੇ, ਪੂਰੀ ਆਸਬੰਦ ਨੇ ਇਸ ਮੋਰਚੇ ਨੂੰ ਲੈ ਕੇ। ਸੋ ਸਾਰੇ ਫਿਰ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਜਿਹੜਾ ਮੋਰਚਾ ਹੁਣ ਜਿੱਤੀ ਬੈਠੇ ਹੋ। ਹੁਣ ਪਿੱਛੇ ਹਟਣ ਵਾਲੀ ਗੱਲ ਨਹੀਂ ਰਹੀ, ਮੌਸਮ ਵੀ ਠੀਕ ਹੋ ਗਿਆ। ਤੇ ਜਿਹੜੀ ਦੂਜੀ ਲਹਿਰ ਹੈ, ਜਲਦੀ ਇਹਨਾਂ ਦਾ ਨਾਲੇ ਤਾਂ ਬੋਰੀ ਬਿਸਤਰਾ ਗੋਲ ਕਰਾਂਗੇ, ਤੇ ਨਾਲੇ ਜਿਹੜਾ ਤੁਹਾਡਾ ਇਹ ਅੰਦੋਲਨ ਹੈ, ਇਹ ਦੁਨੀਆ ਦਾ ਸਭ ਤੋਂ ਲੰਮਾ ਸ਼ਾਂਤਮਈ ਇੱਕ ਜੇਤੂ ਅੰਦੋਲਨ ਦੇ ਤੌਰ ਤੇ, ਜੇਤੂ ਸੰਘਰਸ਼ ਦੇ ਤੌਰ ਤੇ ਦੁਨੀਆ ਦੇ ਨਕਸ਼ੇ ਤੇ ਜਾਣਿਆ ਜਾਊਗਾ। ਸੋ ਦੋ ਕੁ ਲਾਈਨਾਂ ਮੈਂ ਤੁਹਾਨੂੰ ਸੁਣਾ ਵੀ ਦੇਵਾਂ, ਕਿਉਂਕਿ ਬਾਬੂ ਸਿੰਘ ਮਾਨ ਸਾਹਿਬ ਇੱਥੇ ਅਕਸਰ ਆਉਂਦੇ ਜਾਂਦੇ ਰਹੇ ਨੇ, ਕਲਾਕਾਰ, ਲੇਖਕ। ਉਹਨਾਂ ਦੀਆਂ ਬਹੁਤ ਖੂਬਸੂਰਤ ਲਾਈਨਾਂ ਸੀ। ਕਿਸਾਨਾਂ ਤੇ ਉਦੋਂ ਦੌਰ ਚੱਲਿਆ ਕਿ ਗਾਣਾ ਗਾਇਆ ਜਾਵੇ, ਕਿ ਇੱਕ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਜਾਵੇ, ਕੋਈ ਨਾ ਕੋਈ ਗੀਤ ਗਾ ਕੇ। ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਆ ਗਾਣਾ ਗਾਇਆ ਸੀ, ਤੇ ਉਹਦੀਆਂ ਦੋ ਲਾਈਨਾਂ ਮੈਂ ਜ਼ਰੂਰ ਬਾਕਮਾਲ ਲਿਖੀਆਂ ਨੇ, ਤੁਹਾਡੇ ਨਜ਼ਰ ਕਰੂੰਗਾ। ਹੱਥੀ ਕਿਰਤ ਕਮਾਵਣ ਵਾਲਾ, ਹੋ ਰੱਬ ਦੀਆਂ ਦਿੱਤੀਆਂ ਖਾਵਣ ਵਾਲਾ, ਹੱਥੀ ਕਿਰਤ ਕਮਾਵਣ ਵਾਲਾ, ਰੱਬ ਦੀਆਂ ਦਿੱਤੀਆਂ ਖਾਵਣ ਵਾਲਾ, ਵੰਡ ਕੇ ਛਕਣ ਛਕਾਵਣ ਵਾਲਾ, ਜਦ ਇਨਸਾਨ ਬੋਲਦਾ ਏ ਉਸ ਦੀ ਕੂਕ ਅੰਬਰ ਤੱਕ ਜਾਂਦੀ ਜਦੋਂ ਕਿਸਾਨ ਬੋਲਦਾ ਏ। ਕੂਕ ਸੁਣੇ ਘਰ ਰੱਬ ਦੇ ਜਦੋਂ ਕਿਸਾਨ ਬੋਲਦਾ ਏ। ਫਸਲ ਕਿਸਾਨ ਨੂੰ ਹੁੰਦੀ ਆਪਣੇ ਪੁੱਤਰਾਂ ਵਾਂਗ ਪਿਆਰੀ, ਅੰਦਰ ਖਾਤੇ ਹੱਕ ਸਾਡੇ ਤੇ ਫੇਰ ਦਿੱਤੀ ਗਈ ਯਾਰੀ। ਪੈਸਾ ਪੈਸਾ ਜੋੜ ਜੋੜ ਅਸੀਂ ਮੁੱਲ ਜ਼ਮੀਨਾਂ ਲਈਆਂ, ਓਏ ਕਾਹਦਾ ਸਾਡਾ ਜਿਉਣਾ ਜੇਕਰ ਇਹ ਵੀ ਹੱਥ ਨਾ ਰਹੀਆਂ। ਕਰਤਾ ਕਹਿਰ ਕਾਨੂੰਨ ਬਣਾਤਾ, ਜਿਉਂਦਾ ਮਾਰ ਦਿੱਤਾ ਅੰਨਦਾਤਾ, ਇਹਦੇ ਹੱਕ ਵਿੱਚ ਭਾਰਤ ਮਾਤਾ ਕੁੱਲ ਜਹਾਨ ਬੋਲਦਾ ਏ। ਉਹ
सिद्धी कूक सुने घर रब दे जदों किसान बोलदा ए, कूक सुने घर उसदे जदों किसान बोलदा ए। सो दोस्तों हुण ना डोले, हुण काम निकल गया, वजाई भी होगी, हाड़ी भी लंघ गई, हुण आपां वेले फिर खाड़े इत्थे शुरू ने। सारे कलाकार तुहाडे नाल ने, हुण कोई ना कोई रोज तुहानूं इस स्टेज ते मिलिया करूगा। जिहड़े भी हुण मैनूं देख रहे ने, चाहे वो सोशल मीडिया राहीं देख रहे ने, सारे भरावां नूं कि हुण साडी जित दा ऐलान होण वाला है, हुण टाइम है। जिन्ने भी तुसीं घरां 'च बैठे हो ट्रालियां भर के भैण भरा मोर्चिਆਂ ते जिहड़े भी तुसीं बार्डर तुहाडे नाल लगदे ने उत्थे पहुंचो ते तां कि आपां सुखी सांदी ਇਹ मोर्चा जित के घरे जाइए। परमात्मा अगे अरदास करदा कि तुहानूं सारिਆਂ नूं चढ़दी कला 'च रखे ते मोर्चे ਲਈ अरदास करदा कि परमात्मा सानूं फटाफट जेतू करार करके सानूं जित दवा के सानूं घरां 'च तोरे। ते फिर ਵਧਾਈ दिंदा कि तुसीं बहुत कुछ हंडा के भी तुहाडा सरकार है जिहड़ी सोचदी होनी है भी किन्हां नाल वाह पै गया, सब कुछ निकल गया, झक्खड़ झुल गए, पर फिर इन्हां दे हौसले बुलंद ने, उदां ही लंगर चलदे ने, उदां ही चढ़दी कला च साडे बजुर्ग ने भैणां ने। सो हुण ओह दिन दूर नहीं जदों साडी जित दा ऐलान होण वाला है ते सारे भरावां नूं वध चढ़ के जिथे भी तुहाडे बार्डर ने हिस्सा लो ताकि आपां इस सरकार नूं दब सकीए। थैंक यू। कट दिओ जी। सानू आता जी हथ जे फड़ के मैक गाउण वाली आ, कदे कदे धरी दा जदों पहला गीत गाईदा ते एक गाना होर, क्योंकि आपां फिर दूजे गाने फिर मित्रां दा नां चलदा भी सुणावांगे, जिद्दे काम बन गया जिथे कहोगे उत्थे ही आवांगे ते जित दा ऐलान हो जाए। ते उदों पहला मैं ये संघर्ष अजे शुरू नहीं होया सी, मैं अक्सर क्योंकि कलाकार जिहड़ा हुंदा बड़ा सेंसिटिव जिहा दिल हुंदा साडे, असीं भी सोचदे साडे लोकां नाल की हो रिहा। मैं सोचता हूँ 15 अगस्त में जो झंडा चढ़ता, मैं जिन्होंने लोगों ने कुर्बानियां कीतियां इस मुल्क नूं आजाद करवाउण दे लई फांसियां ते चढ़ गए कि साडे लोकां नूं न्याय मिलूगा, हक मिलणगे उन्हां दे, साडा जिहड़ा हिंदुस्तान है जां भारत है यह रंगला होऊगा, उन्हां दे सुपनियां दा होऊगा। ते उन्हां ने सोचिया नहीं होना कदे भी साडा जिहड़ा इह आजादी है उदों भी भैड़ी उस गुलामी तो भी भैड़ी होगी जिहड़ी कि अंग्रेज करके साडे अपनिਆਂ ने सानू गुलाम ते की सानू ओह आजादी मिल गई जिहड़ी साडे शहीद चाहुंदे सी। कुछ उत्थे दी नाम सब दी नजर करदा मैं। नी तू कली नहीं विकियो से विके संसार उत्ते हो लगदा ए सारा ही जहां विक गया। नी तू कली नहीं विकिए से विके संसार उत्ते लगदा है सारा ही जहां विक गया। मोड़ा उत्ते खड़े हुए सिपाहियां दा की दोष जदों शहर वाला खुद शहनशाह विक गया। ओए किथों इंसाफ दी कोई रखूगा उम्मीद, किथों इंसाफ दी कोई रखूगा उम्मीद जदों जज मूरे खड़ा ही गवाह विक गया। जदों जज मूरे खड़ा ही गवाह विक गया। अखां छावे जिन्ना दा ना पाया किसे मुल कौडी, हो जिउंदे जी जिन्ना दा ना पाया किसे जदों तुर गए तां उन्हां दा ही ना विक गया। पर गट दस किवें ओए लगेगा किनारे जदों बेड़ी नूं चलाउंदा ही मला विक गया। हो जिहदे बारे कहंदे सी ना ओए बिकूगा करोड़ां वट्टे, जिहदे बारे कहंदे सी ना बिकूगा करोड़ां वट्टे, अज पता लगे कौडियां दे भाव विक गया। धर्म दे ठेकेदारां रब बदनाम कीता, धर्म दे ठेकेदारां रब बदनाम कीता। वो लोकी सोचदे ने खुद ही खुदा विक गया। लोकी सोचदे ने अज तां खुदा विक गया। एक गीत होर
ਇਹ ਕਿਸਮਤ ਵਾਲੇ ਆ ਆਪਾਂ। ਸੱਚੀ ਗੱਲ ਹੈ, ਕਦੇ ਕਦੇ ਮੈਂ ਦੇਖਦਾ ਹੁੰਦਾ ਕਿ ਅੰਦੋਲਨ ਸਾਡੇ ਹਿੱਸੇ ਆ ਗਿਆ। ਜਦੋਂ ਬੰਦਾ ਵੇਸਲਾ ਹੋ ਜੇ ਤਾਂ ਉਦੋਂ ਹਾਰਿਆ ਹੋਇਆ ਕੋਈ ਨਹੀਂ ਹੁੰਦਾ, ਤੇ ਜਦੋਂ ਸੰਘਰਸ਼ ਗਲ ਪੈਂਦੇ ਨੇ ਫਿਰ ਇਹ ਕੌਮਾਂ ਜਾਗਦੀਆਂ ਨੇ, ਫਿਰ ਇਹ ਲੋਕ ਜਾਗਦੇ ਨੇ। ਮੈਂ ਖੁਸ਼ਕਿਸਮਤ ਸਮਝੂਗਾ ਜਿਹੜੇ ਆਪਾਂ ਬੈਠੇ ਆ। ਕਦੇ ਜ਼ਰੂਰ ਜਵਾਕਾਂ ਨੂੰ ਦੱਸਿਆ ਕਰਾਂਗੇ ਕਿ ਅਸੀਂ ਨੇ ਵੀ ਕੋਈ ਜਿਹੜਾ ਸੰਘਰਸ਼ ਲੜਿਆ ਹੱਕਾਂ ਦੀ ਰਾਖੀ ਲਈ, ਅਸੀਂ ਵੀ ਲੜਿਆ, ਸਾਡੇ ਬਜ਼ੁਰਗ ਲੜੇ ਨੇ। ਨਹੀਂ ਇਹ ਸਰਕਾਰਾਂ ਨੇ ਜੇ ਨਾ ਕਿਤੇ ਉੱਠਦੇ, ਕਿਤੇ ਬਸ ਆਪਣੇ ਵੇਲੇ ਜਿਹੜੇ ਉਹ ਪਾਸ ਕਰੀ ਜਾਣੇ ਸੀ ਲੋਕਾਂ ਨੂੰ। ਕਿਸਾਨ, ਮੈਂ ਆਪਣੇ ਸਾਰੇ ਭਰਾਵਾਂ ਨਾਲ ਗੱਲ ਕਰਦਾ ਹੁੰਦਾ, ਮੈਂ ਕਿਹਾ ਕਿਸਾਨੀ ਇੰਨੀ ਲਾਹੇਵੰਦ ਕੀਤਾ ਨਹੀਂ, ਕੋਈ ਨਹੀਂ ਚਾਹੁੰਦਾ ਮੇਰਾ ਮੁੰਡਾ ਖੇਤੀ ਕਰੇ। ਅਗਲਾ ਕਹਿੰਦਾ ਚਾਹੇ ਬੈਂਕ ਚ ਲਵਾ ਦਿਓ, ਕਿਤੇ ਅਫਸਰ ਲਵਾ ਦਿਓ, ਇਹ ਕਰ ਦਿਓ। ਸਾਡੇ ਮਾਂ ਬਾਪ ਉਹ ਕਹਿੰਦੇ ਸੀ ਤੁਸੀਂ ਕੀ ਕਰਨਾ, ਖੇਤੀ ਕਰਕੇ ਕੋਈ ਕੰਮ ਲੱਭ ਲਓ। ਇਹ ਮੁਲਕਾਂ ਦੀ ਤਰ੍ਹਾਂ ਸਾਡੇ ਤੇ ਵੀ ਉਹੀ ਕਾਨੂੰਨ ਲਾਗੂ ਕਰਦੇ ਨੇ, ਕਿਉਂਕਿ ਬਾਹਰਲੇ ਮੁਲਕਾਂ ਨਾਲ ਸਾਡੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਹੁਤ ਅਮੀਰ ਮੁਲਕ ਨੇ, ਬਹੁਤ ਪੈਸੇ ਵਾਲੇ ਨੇ। ਉਹ ਤਾਂ ਘਰੇ ਬੈਠੇ ਨੂੰ ਕਰੋਨਾ 'ਚ ਪੈਨਸ਼ਨਾਂ ਦੇਈ ਗਏ ਨੇ, ਪੈਸੇ ਪਾਈ ਗਏ ਨੇ ਅਕਾਊਂਟਾਂ 'ਚ। ਸਾਡੇ ਵਾਲੇ ਜਿਹੜੇ ਪੈਸੇ ਸੀਗੇ ਉਹ ਹੜੱਪਣ ਨੂੰ ਫਿਰਦੇ ਨੇ, ਜਿਹੜੇ ਗੋਏ ਨੇ ਸਾਡੇ। ਸੋ ਹੋ ਦੇਸ਼ ਆਜ਼ਾਦ ਕਦੋਂ ਦਾ ਹੋਇਆ, ਅੱਜ ਕਿਸ ਮੋੜ ਤੇ ਆਣ ਖਲੋਇਆ। ਦੇਸ਼ ਆਜ਼ਾਦ ਕਦੋਂ ਦਾ ਹੋਇਆ, ਅੱਜ ਕਿਸ ਮੋੜ ਤੇ ਆਣ ਖਲੋਇਆ। ਤੱਕਿਆ ਹਾਲ ਬੜਾ ਦਿਲ ਰੋਇਆ, ਤੱਕਿਆ ਹਾਲ ਬੜਾ ਦਿਲ ਰੋਇਆ। ਅੱਖੀਆਂ ਨੇ ਤਾਂ ਭਰਨਾ ਸੀ, ਓਏ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ। ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਹੋ ਡਬਲੀ ਕਰਜੇ ਨੇ ਕਿਰਸਾਨੀ, ਛੱਡ ਤੁਰ ਚੱਲੀ ਵਤਨ ਜਵਾਨੀ। ਡਬਲੀ ਕਰਜੇ ਨੇ ਕਿਰਸਾਨੀ, ਛੱਡ ਤੁਰ ਚੱਲੀ ਵਤਨ ਜਵਾਨੀ। ਲੋਕੋ ਕਿਸ ਕੰਮ ਦੀ ਕੁਰਬਾਨੀ, ਉਹ ਜਿੱਤ ਕੇ ਵੀ ਜੇ ਹਰਨਾ ਸੀ। ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਭੁੱਖੇ ਬਾਲ ਕਰਨ ਮਜ਼ਦੂਰੀ, ਭੁੱਖੇ ਬਾਲ ਕਰਨ ਮਜ਼ਦੂਰੀ। ਰੋਟੀ ਡੰਗ ਦੇ ਮਿਲੇ ਨਾ ਪੂਰੀ, ਬੇਬਸ ਬਾਲ ਕਰਨ ਮਜ਼ਦੂਰੀ। ਜਿਨ੍ਹਾਂ ਨੇ ਲਿਖਣਾ ਪੜਨਾ ਸੀ, ਓਏ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਇਸ ਆਜ਼ਾਦੀ ਲਈ ਕਿਉਂ ਵੀਰਿਆ ਫਾਂਸੀ ਚੜਨਾ ਸੀ। ਸੋ ਬਹੁਤ ਬਹੁਤ ਮਿਹਰਬਾਨੀ ਤੇ ਸਾਰੇ ਭਰਾਵਾਂ ਨੂੰ, ਬਜ਼ੁਰਗਾਂ ਨੂੰ ਡੋਲੇ ਉਹਨਾਂ ਨਾਲ ਹਰ ਵਕਤ। ਤੇ ਜਿੰਨਾ ਚਿਰ ਸੰਘਰਸ਼ ਚੱਲੂਗਾ, ਜਦੋਂ ਦਾ ਚੱਲਿਆ ਨਾਲ ਆ ਤੇ ਨਾਲ ਰਹਾਂਗੇ। ਕਾਫੀ ਰੱਖਿਆ ਮੈਂ ਕਹਿ, ਸੋ ਇਸ ਕਰਕੇ ਹੀ ਆਉਂਦੇ ਆ ਕਿਉਂਕਿ ਅਸੀਂ ਵੀ ਗਾਉਣ ਤੋਂ ਪਹਿਲਾਂ ਕਿਸਾਨ ਆ। ਕਈ ਚੈਨਲ ਵਾਲੇ ਪੁੱਛ ਲੈਂਦੇ ਨੇ ਵੀ ਖੇਤੀਬਾੜੀ ਬਾਰੇ ਪਤਾ ਤੁਹਾਨੂੰ? ਮੈਂ ਕਿਹਾ ਬਾਈ ਜੀ 4 ਟਾਂਕੇ ਲੱਗੇ ਹੋਏ ਨੇ ਕੋਈ ਚ, ਉਦੋਂ ਡੰਡੇ ਵੀ ਨਹੀਂ ਹੁੰਦੇ ਸੀ ਚੜ੍ਹਨ ਨੂੰ, ਜਦੋਂ ਗੈਸਾਂ ਹੀ ਆਉਂਦੀਆਂ ਹੁੰਦੀਆਂ ਸੀਗੀਆਂ। ਇਹ ਤਾਂ ਸੁਣ ਲਈ ਰੱਬ ਨੇ, ਤੁਹਾਡੇ ਵਰਗੇ ਲੋਕਾਂ ਨੇ ਸਾਡੇ ਗੀਤਾਂ ਨੂੰ ਪਿਆਰ ਦਿੱਤਾ, ਇੱਥੇ ਤੱਕ ਪਹੁੰਚਾ ਦੇ। ਨਹੀਂ ਸਾਡਾ ਵੀ ਉਦੋਂ ਇਹੀ ਹਿਸਾਬ ਕਿਤਾਬ ਤੇ, ਸਾਡਾ ਬਾਪੂ ਕਹਿੰਦਾ ਵੀ ਕੋਈ ਕੰਮ ਲੱਭ ਲਓ, ਮੈਂ ਇੱਥੇ ਤਾਂ ਨਹੀਂ ਲੱਭਣਾ, ਵੀ ਮੈਂ ਤਾਂ ਬਾਹਰ ਵਗ ਜੂ, ਚਾਹੇ ਜਿਵੇਂ ਮਰਜ਼ੀ ਜਾਣਾ ਪਵੇ। ਇਹ ਤੁਹਾਡੀ ਪ੍ਰਮਾਤਮਾ ਦੀ ਕਿਰਪਾ ਹੈ, ਜਿਹੜਾ ਕਿ ਅੱਜ ਮੈਂ ਤੁਹਾਡੇ ਵਿੱਚ ਖੜਾ। ਬਹੁਤ ਔਖੀ ਹੈ ਖੇਤੀ ਕਰਨੀ, ਸੱਪਾਂ ਦੀਆਂ ਸਿਰੀਆਂ ਲੱਤੜ ਕੇ। ਇਹ ਜਿਹੜੀ ਖੇਤੀ ਦੇ ਵਿੱਚੋਂ ਪੈਸਾ ਕਮਾਇਆ ਜਾਂਦਾ, ਆਸ ਰੱਖਦੇ ਸੀਗੇ ਕਿ ਚੰਗੇ ਦਿਨ ਆਉਣਗੇ, ਕੋਈ ਸੁਣੂ ਕਿਸਾਨਾਂ ਦੀ, ਕਦੇ ਲਾਹੇਵੰਦ ਭਾਅ ਮਿਲਣਗੇ, ਕੁਛ ਇਹ ਹੋਊ। ਪਰ ਇਹਨਾਂ ਤਾਂ ਮਾਂ ਦੇ ਪੁੱਤਾਂ ਨੇ ਜਿਹੜਾ ਪਹਿਲਾਂ ਵੀ ਸਾਹ ਔਖਾ ਹੁੰਦਾ ਸੀ, ਉਹਦਾ ਵੀ ਗਲਾ ਘੁੱਟਣ ਦੀ ਤਿਆਰੀ ਕਰ ਲਈ। ਕਿਉਂਕਿ ਜਿਹੜੇ ਇਹ ਵਪਾਰੀ ਲੋਕ ਹੁੰਦੇ ਨੇ, ਇਹਨਾਂ ਨੂੰ ਸਿਰਫ ਵਪਾਰ ਸੁਝਦਾ, ਇਹਨਾਂ ਦੇ ਦਿਲ ਨਹੀਂ ਹੁੰਦਾ, ਦਰਦ ਨਹੀਂ ਹੁੰਦਾ ਕਿ ਤੁਹਾਡਾ ਕਿਵੇਂ ਗੁਜ਼ਾਰਾ ਹੁੰਦਾ, ਕਿਵੇਂ ਨਾ। ਮੇਰੇ ਯਾਦ ਆ, ਮੇਰੇ ਰਾਈਟਰ ਪ੍ਰਗਟ ਸਿੰਘ ਗੱਲ ਸੁਣਾਉਂਦੇ ਸੀ, ਕਮਾਲ ਦੀ ਗੱਲ ਆ। ਉਹ ਕਹਿੰਦਾ ਇੱਕ ਸ਼ਹਿਰ ਦੇ ਵਿੱਚ ਲੋਕਾਂ ਨੂੰ ਫਾਂਸੀ ਲਾਉਣਾ ਸ਼ੁਰੂ ਕਰਤਾ ਤੇ ਰਾਜੇ ਨੇ ਹੁਕਮ ਕਰਤਾ ਵੀ ਸਾਰਿਆਂ ਨੂੰ ਫਾਂਸੀ ਟੰਗ ਦਿਓ। ਤੇ ਧੰਦੇ ਚੌਪਟ ਹੋ ਗਏ। ਇੱਕ ਬੰਦਾ ਪੁੱਛਦਾ ਵਪਾਰੀ, ਕਹਿੰਦਾ ਅੱਜ ਕੱਲ ਕੀ ਵਿਕ ਰਿਹਾ ਹੈ? ਉਹ ਕਹਿੰਦਾ ਜੀ ਫਾਂਸੀ ਆਲੇ ਰੱਸਿਆਂ ਦੀ ਬਹੁਤ ਕਮੀ ਹੈ, ਜਿਹੜੇ ਨਾਲ ਟੰਗੇ ਜਾਂਦੇ ਨੇ ਲੋਕ। ਉਹ ਕਹਿੰਦਾ ਕਿਉਂ ਨਾ ਰਾਤੋਂ ਰਾਤ ਫੈਕਟਰੀ ਲਾ ਕੇ ਆਪਾਂ ਰੱਸੇ ਹੀ ਬਣਾ ਲਈਏ ਫਾਹਾ ਟੰਗਣ ਵਾਲੇ, ਨਾਲੇ ਉਹਨੂੰ ਪਤਾ ਵੀ ਇਹ ਮੇਰੇ ਗਲ 'ਚ ਵੀ ਪੈਣਾ ਹੈ।
ਇਹਨਾਂ ਦੀ ਸੋਚ ਸਿਰਫ ਮੁਨਾਫੇ ਦੀ ਹੁੰਦੀ ਹੈ। ਸੋ ਮੇਰੇ ਵੀਰੋ, ਇਹ ਸੰਘਰਸ਼ ਜਿੱਤਣਾ ਆਪਣੇ ਲਈ ਬਹੁਤ ਜ਼ਰੂਰੀ ਹੈ, ਆਪਣੀ ਜ਼ਿੰਦਗੀ ਦਾ ਵਕਾਰ ਹੈ। ਮੈਨੂੰ ਲੱਗਦਾ ਹੈ ਜੇ ਇਹ ਸੰਘਰਸ਼ ਆਪਾਂ ਹਾਰ ਗਏ ਤਾਂ ਮੈਨੂੰ ਲੱਗਦਾ ਅੱਗੇ ਕੋਈ ਸੰਘਰਸ਼ ਹੋਣਾ ਹੀ ਨਹੀਂ ਜਿਹੜਾ ਆਪਾਂ ਲੜ ਸਕੀਏ। ਸੋ ਜਿਨ੍ਹਾਂ ਨੇ ਇੱਥੇ ਰਹਿਣਾ, ਜਿਹੜੇ ਭਰਾਵਾਂ ਨੇ ਪੰਜਾਬ 'ਚ ਰਹਿਣਾ, ਜਿਹਨੇ ਜਾਣਾ ਛੱਡ ਕੇ ਉਹ ਤਾਂ ਚਲੇ ਜਾਣਗੇ, ਪਰ ਜਿਹਨੇ ਰਹਿਣਾ ਤਾਂ ਇਹ ਸੰਘਰਸ਼ ਜਿੱਤਣਾ ਸਾਡੇ ਵਕਾਰ ਹੈ, ਸਾਡੇ ਹੱਕਾਂ ਦੀ ਲੜਾਈ ਜਿੱਤਣਾ ਸਾਡੇ ਲਈ ਬਹੁਤ ਲਾਜ਼ਮੀ ਹੈ। ਸੋ ਸਾਰੇ ਭਰਾਵਾਂ ਨੂੰ ਵੱਧ ਚੜ ਕੇ ਹਿੱਸਾ ਲਓ, ਤੇ ਜਿਹੜੇ ਵੀ ਤੁਸੀਂ ਮੋਰਚਿਆਂ ਤੇ ਬੈਠੇ ਹੋ ਤੁਹਾਨੂੰ ਸਲੂਟ ਕਰਦਾ ਕਿ ਤੁਸੀਂ ਝੱਖੜ ਵੀ ਤੁਹਾਨੂੰ ਡੁਲਾ ਨਹੀਂ ਸਕੇ, ਸਰਕਾਰ ਤੁਹਾਨੂੰ ਤੁਹਾਡੇ ਹੌਸਲਿਆਂ ਨੂੰ ਨਹੀਂ ਢਾਹ ਲਾ ਸਕੀ। ਤੁਸੀਂ ਉਵੇਂ ਚੜ੍ਹਦੀ ਕਲਾ 'ਚ ਬੈਠੇ ਹੋ, ਬਰਸਾਤਾਂ ਹੁੰਦੀਆਂ ਨੇ ਉਹ ਵੀ ਚੜ੍ਹਦੀ ਕਲਾ 'ਚ, ਉਵੇਂ ਲੰਗਰ ਚੱਲਦੇ ਨੇ। ਤੇ ਇਹ ਗੱਲ ਮੈਂ ਜ਼ਰੂਰ ਉਮੀਦ ਵੀ ਹੈ ਤੇ ਵਾਅਦਾ ਕਰਦਾ ਕਿ ਹੁਣ ਜਦੋਂ ਲੋਕ ਪਿੰਡਾਂ 'ਚੋਂ ਉੱਠ ਗਏ ਤਾਂ ਇਹਨਾਂ ਦਾ ਤਖਤ ਹੈ ਜਿਹੜਾ ਬਿਸਤਰਾ ਗੋਲ ਕਰਕੇ ਬਿਸਤਰਾ ਗੋਲ ਹੋਊਗਾ, ਤੇ ਤੁਹਾਡਾ ਜਿਹੜਾ ਸੰਘਰਸ਼ ਹੈ ਇਹ ਦੁਨੀਆ ਤੇ ਜਾਣਿਆ ਜਾਊਗਾ, ਦੁਨੀਆ ਦੇ ਇਤਿਹਾਸ 'ਚ ਜਾਣਿਆ ਜਾਇਆ ਕਰੂਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद है जी।